Hello students, I am Satinder Kaur from Department of Economics, GDST College Hariana। ਅੱਜ ਅਸੀਂ ਟੌਪਿਕ ਕਰਨਾ ਨਿਊ ਕਲਾਸੀਕਲ ਮਾਡਲ ਆਫ ਗਰੋਥ ਮਾਡਲ ਕਰਨਾ ਆਪਾਂ। ਨਿਊ ਕਲਾਸੀਕਲ ਮਾਡਲ ਆਫ ਗਰੋਥ ਜਿਹੜਾ ਇਹ ਕਰਨਾ ਹੈ। ਔਰ ਇਹ ਜਿਹੜਾ ਮਾਡਲ ਹੈ ਸਾਨੂੰ ਜਿਹੜੇ ਮਾਡਰਨ ਅਰਥ ਸ਼ਾਸਤਰੀ ਸੋਲੋ, ਮੀਡ, ਸਵਾਨ ਇਹਨਾਂ ਨੇ ਦਿੱਤਾ। ਔਰ ਇਸ ਮਾਡਲ ਨੂੰ ਨਿਊ ਕਲਾਸੀਕਲ ਮਾਡਲ ਆਫ ਗਰੋਥ ਕਿਹਾ ਜਾਂਦਾ ਕਿਉਂਕਿ ਇਹ ਨਿਊ ਕਲਾਸੀਕਲਸ ਨੇ ਦਿੱਤਾ। ਔਰ ਇਹ ਮਾਡਲ ਜਿਹੜਾ ਆ ਇਸ ਅਜੰਪਸ਼ਨ ਦੇ ਆਧਾਰ 'ਤੇ ਕਿ ਜਿਹੜੇ ਪ੍ਰੋਡਕਸ਼ਨ ਦੇ ਸਾਧਨ ਆ ਲੇਬਰ ਅਤੇ ਕੈਪੀਟਲ ਉਹਨਾਂ ਦੇ ਵਿੱਚ ਸਬਸਟੀਟਿਊਸ਼ਨ ਸੰਭਵ ਆ। ਤੁਸੀਂ ਲੇਬਰ ਨੂੰ ਅਤੇ ਕੈਪੀਟਲ ਦੀ ਜਿਹੜੀ ਰੇਸ਼ੋ ਆ ਉਹਦੇ ਵਿੱਚ ਚੇਂਜ ਕਰ ਸਕਦੇ ਹੋ ਕਿਉਂਕਿ ਹੈਰੋਡਾਮਰ ਦਾ ਜਿਹੜਾ ਮਾਡਲ ਸੀ ਉਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਲੇਬਰ ਅਤੇ ਕੈਪੀਟਲ ਜਿਹੜੇ ਤੁਹਾਡੇ ਫੈਕਟਰਸ ਆਫ ਪ੍ਰੋਡਕਸ਼ਨ ਆ ਦੋ, ਉਹਨਾਂ ਦੇ ਵਿੱਚ ਸਬਸਟੀਟਿਊਸ਼ਨ ਸੰਭਵ ਨਹੀਂ ਆ। ਉਹਨਾਂ ਦਾ ਜਿਹੜੀ ਉਹਨਾਂ ਦੀ ਰੇਸ਼ੋ ਆ ਉਹ ਕੌਨਸਟੈਂਟ ਰਹਿੰਦੀ ਹੈ। ਪਰ ਨਿਊ ਕਲਾਸੀਕਲਸ ਦਾ ਇਹ ਮੰਨਣਾ ਆ ਕਿ ਲੇਬਰ ਅਤੇ ਕੈਪੀਟਲ ਦੀ ਰੇਸ਼ੋ ਆ ਜਿਹੜੀ ਉਹਦੇ ਵਿੱਚ ਚੇਂਜਸ ਆ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਅਤੇ ਆਪਾਂ ਸਟੈਡੀ ਸਟੇਟ ਆਫ ਗਰੋਥ ਆ ਜਿਹੜੀ ਉਹਨੂੰ ਅਚੀਵ ਕਰ ਸਕਦੇ ਹਾਂ। ਔਰ ਇਹ ਮਾਡਲ ਆ ਜਿਹੜਾ ਇਹ ਕੁਛ ਇੱਕ ਜੰਪਸ਼ਨਸ 'ਤੇ ਆਧਾਰਿਤ ਆ। ਸਭ ਤੋਂ ਪਹਿਲੀ ਜੰਪਸ਼ਨ ਤਾਂ ਇਹ ਆ ਕਿ ਸਿਰਫ ਦੋ ਹੀ ਸਾਧਨ ਆ ਫੈਕਟਰ ਪ੍ਰੋਡਕਸ਼ਨ, ਸਿਰਫ ਦੋ ਆ, ਲੇਬਰ ਐਂਡ ਕੈਪੀਟਲ। ਅਦਰਵਾਈਜ਼ ਚਾਰ ਹੁੰਦੇ ਆ ਬਟ ਇੱਥੇ ਉਹਨੇ ਸਿਰਫ ਦੋ ਮੰਨੇ ਆ। ਔਰ ਦੂਸਰਾ ਕਿ ਲੇਬਰ ਅਤੇ ਕੈਪੀਟਲ ਆ ਜਿਹੜੀ ਇਹਨਾਂ ਦੇ ਵਿੱਚ ਸਬਸਟੀਟਿਊਸ਼ਨ ਜਿਹੜੀ ਉਹ ਸੰਭਵ ਆ। ਉਸ ਤੋਂ ਬਾਅਦ ਤੁਹਾਡਾ ਕੌਨਸਟੈਂਟ ਰਿਟਰਨਸ ਟੂ ਸਕੇਲ ਆ ਜਿਹੜਾ ਉਹ ਪ੍ਰੋਡਕਸ਼ਨ 'ਤੇ ਅਪਲਾਈ ਹੁੰਦਾ। ਮੀਨਸ ਜਿੰਨੀ ਤੁਸੀਂ ਇਨਪੁਟ ਵਧਾਓਗੇ ਇਨਕਰੀਜ਼ ਕਰੋਗੇ ਆਊਟਪੁੱਟ ਦੇ ਵਿੱਚ 19% ਹੀ ਵਾਧਾ ਹੋਏਗਾ। ਇਹ ਵੀ ਮੰਨ ਕੇ ਚੱਲਿਆ ਜਾਂਦਾ, ਇਹ ਵੀ ਜੰਪਸ਼ਨ ਲਈ ਜਾਂਦੀ ਆ ਕਿ ਫੁੱਲ ਇੰਪਲਾਈਮੈਂਟ, ਇਹ ਮੰਨ ਕੇ ਚੱਲਦੇ ਆ ਕਿ ਇਕੋਨਮੀ ਦੇ ਵਿੱਚ ਫੁੱਲ ਇੰਪਲਾਈਮੈਂਟ ਵੀ ਪਾਈ ਜਾਂਦੀ ਆ, ਕੌਨਸਟੈਂਟ ਰਿਟਰਨਸ ਟੂ ਸਕੇਲ ਪਾਏ ਜਾਂਦੇ ਆ, ਪਰਫੈਕਟ ਕੰਪੀਟੀਸ਼ਨ ਪਾਇਆ ਜਾਂਦਾ ਐਂਡ ਪ੍ਰਾਈਜ਼ਸ ਦੇ ਵਿੱਚ ਫਲੈਕਸੀਬਿਲਿਟੀ ਪਾਈ ਜਾਂਦੀ ਹੈ। ਵੱਡੀ ਗੱਲ ਤਾਂ ਕਿ ਪ੍ਰਾਈਜ਼ਸ ਦੇ ਵਿੱਚ ਘਾਟਾ ਵਾਧਾ ਜਿਹੜਾ ਉਹ ਪੋਸੀਬਲ ਆ। ਉਸ ਤੋਂ ਬਾਅਦ ਅੱਗੇ ਹੈਗਾ ਮੀਨਿੰਗ ਆਫ ਇਕਨੋਮਿਕ ਗਰੋਥ। ਇਕਨੋਮਿਕ ਗਰੋਥ ਤੋਂ ਕੀ ਮੀਨਿੰਗ ਲੈਂਦੇ ਨਿਊ ਕਲਾਸੀਕਲ ਇਕੋਨਮਿਸਟ? ਇਹਦੇ ਵਿੱਚ ਉਹਨਾਂ ਦਾ ਇਕਨੋਮਿਕ ਗਰੋਥ ਦਾ ਮਤਲਬ ਆ ਕਿ ਪ੍ਰੋਡਕਸ਼ਨ ਦੇ ਵਿੱਚ ਵਾਧਾ। ਉਹ ਕਹਿੰਦੇ ਆ ਕਿ ਇਕਨੋਮਿਕ ਡਿਵੈਲਪਮੈਂਟ, ਇਕਨੋਮਿਕ ਗਰੋਥ ਦੀਆਂ ਦੋ ਜਿਹੜੀਆਂ ਫੀਚਰਸ ਉਹ ਜ਼ਰੂਰ ਹੋਣੀਆਂ ਚਾਹੀਦੀਆਂ। ਇੱਕ ਤਾਂ ਗ੍ਰੈਜੂਅਲ ਹੋਣੀ ਚਾਹੀਦੀ ਹੈ, ਇੱਕ ਕੰਟੀਨਿਊਸ ਹੋਣੀ ਚਾਹੀਦੀ ਆ। ਮਤਲਬ ਇੱਕ ਤਾਂ ਕ੍ਰਮਵਾਰ ਹੋਣੀ ਚਾਹੀਦੀ ਅਤੇ ਇੱਕ ਲਗਾਤਾਰ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਉਹ ਕਹਿੰਦੇ ਕਿ ਜੰਗਲ ਦੇ ਵਿੱਚ ਅਚਾਨਕ ਵਾਧਾ ਨਹੀਂ ਹੁੰਦਾ ਬਲਕਿ ਹੌਲੀ ਹੌਲੀ ਹੁੰਦਾ। ਇਸੇ ਤਰ੍ਹਾਂ ਜਿਹੜਾ ਤੁਹਾਡੀ ਡਿਵੈਲਪਮੈਂਟ ਆ, ਤੁਹਾਡੀ ਗਰੋਥ ਹੈ, ਉਹ ਵੀ ਗ੍ਰੈਜੂਅਲ ਹੌਲੀ ਹੌਲੀ ਹੋਣੀ ਚਾਹੀਦੀ ਹੈ ਅਤੇ ਫਿਰ ਉਹ ਕੰਟੀਨਿਊਸਲੀ ਜਿਹੜੀ ਆ ਉਹ ਚੱਲੀ ਜਾਣੀ ਚਾਹੀਦੀ ਹੈ। ਔਰ ਦੂਜੀ ਵਿਸ਼ੇਸ਼ਤਾ ਇਹ ਸੀ ਕਿ ਉਹ ਹਾਰਮੋਨੀਅਸ ਐਂਡ ਕਮੂਲੇਟਿਵ ਹੋਣੀ ਚਾਹੀਦੀ ਹੈ ਕਿ ਜਿਹੜਾ ਇਕਨੋਮਿਕ ਡਿਵੈਲਪਮੈਂਟ ਆ ਉਹ ਸਭ ਦੇ ਲਈ ਜਿਹੜੀ ਆ ਹਾਰਮੋਨੀਅਸ ਵੀ ਹੋਵੇ। ਲੇਬਰ, ਕੈਪੀਟਲ, ਜਿਹੜੇ ਲਿਬਰਲਸ ਹੈਗੇ ਆ, ਕੈਪੀਟਲਿਸਟਸ ਹੈਗੇ ਆ, ਬਿਜ਼ਨਸਮੈਨ ਹੈਗੇ ਆ, ਲੈਂਡਲੋਰਡਸ ਹੈਗੇ ਆ, ਉਹਨਾਂ ਸਾਰਿਆਂ ਨੂੰ ਵੀ ਉਹਦਾ ਬੈਨੀਫਿਟ ਹੋਵੇ। ਇਹ ਕਮੂਲੇਟਿਵ ਵੀ ਹੋਵੇ, ਸਾਰਿਆਂ ਨੂੰ ਉਹਦੇ ਵਿੱਚ ਵਾਸਤਵਿਕ ਮਜ਼ਦੂਰੀ ਦੇ ਵਿੱਚ ਵੀ ਵਾਧਾ ਹੋਵੇ ਅਤੇ ਪ੍ਰੋਫਿਟ ਇੰਟਰਸਟ ਸਾਰਿਆਂ ਦੇ ਵਿੱਚ ਵਾਧਾ ਹੋਵੇ, ਲੋਕਾਂ ਦੀ ਆਮਦਨ ਦੇ ਵਿੱਚ ਵਾਧਾ ਹੋਵੇ। ਔਰ ਉਸ ਤੋਂ ਬਾਅਦ ਇਸ ਥਿਊਰੀ ਦੇ ਵਿੱਚ ਜਿਹੜੇ ਗਰੋਥ ਦੇ ਲਈ, ਇਕਨੋਮਿਕ ਗਰੋਥ ਲਈ ਮੇਨ ਡਿਟਰਮੀਨੈਂਟਸ ਆ ਜਿਹੜੇ ਉਹ ਕਿਹੜੇ ਮੰਨੇ ਗਏ ਆ? ਨਿਊ ਕਲਾਸੀਕਲਸ ਨੇ ਲੇਬਰ ਅਤੇ ਕੈਪੀਟਲ ਦੋਵੇਂ ਫੈਕਟਰਸ ਆਫ ਪ੍ਰੋਡਕਸ਼ਨ ਮੰਨੇ ਆ। ਔਰ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਨਾਲ ਹੀ ਅਸੀਂ ਜਿਹੜੀ ਗਰੋਥ ਆ ਉਹ ਅਚੀਵ ਕਰ ਸਕਦੇ ਹਾਂ। ਪਰ ਇਹਦੇ ਲਈ ਉਹਨਾਂ ਨੇ ਕਿਹਾ ਕਿ ਜਿਹੜੀ ਤੁਹਾਡੀ ਗਰੋਥ ਆ ਉਹ ਡਿਪੈਂਡ ਕਰਦਾ ਕਿ ਤੁਹਾਡੀ ਇਨਵੈਸਟਮੈਂਟ ਕਿੰਨੀ ਹੁੰਦੀ ਪਈ ਆ। ਇਨਵੈਸਟਮੈਂਟ ਦੇ ਲਈ ਕੈਪੀਟਲ ਫਾਰਮੇਸ਼ਨ ਅਸਲ 'ਚ ਕਿੰਨੀ ਹੁੰਦੀ ਪਈ ਹੈ, ਕੈਪੀਟਲ ਅਕਮੂਲੇਸ਼ਨ ਕਿੰਨੀ ਹੁੰਦੀ ਪਈ ਹੈ। ਕੈਪੀਟਲ ਅਕਮੂਲੇਸ਼ਨ ਲਈ ਜ਼ਰੂਰੀ ਹੈ ਤੁਹਾਡੀ ਸੇਵਿੰਗ ਹੋਵੇ ਔਰ ਸੇਵਿੰਗ ਤੁਹਾਡੀ ਰੇਟ ਆਫ ਇੰਟਰਸਟ ਅਤੇ ਲੈਵਲ ਆਫ ਇਨਕਮ 'ਤੇ ਡਿਪੈਂਡ ਕਰੇਗੀ। ਜੇ ਰੇਟ ਆਫ ਇੰਟਰਸਟ ਦਾ ਅਤੇ ਸੇਵਿੰਗ ਦਾ ਰਿਲੇਸ਼ਨਸ਼ਿਪ ਆ ਜਿਹੜਾ ਉਹ ਪੋਜ਼ੀਟਿਵ ਹੁੰਦਾ, ਜੇ ਰੇਟ ਆਫ ਇੰਟਰਸਟ ਜ਼ਿਆਦਾ ਹੋਏਗਾ ਤਾਂ ਸੇਵਿੰਗ ਜ਼ਿਆਦਾ ਹੋਏਗੀ, ਅਦਰਵਾਈਜ਼ ਘੱਟ ਹੋਏਗੀ। ਅਤੇ ਲੈਵਲ ਆਫ ਇਨਕਮ ਦਾ ਵੀ ਡਾਇਰੈਕਟ ਰਿਲੇਸ਼ਨ ਆ ਕਿ ਲੈਵਲ ਆਫ ਇਨਕਮ ਜ਼ਿਆਦਾ ਹੋਏਗਾ ਤਾਂ ਬਿਨਾਂ ਸ਼ੱਕ ਸੇਵਿੰਗ ਆ ਜਿਹੜੀ ਉਹ ਜ਼ਿਆਦਾ ਹੋਏਗੀ। ਉਸ ਤੋਂ ਬਾਅਦ ਪ੍ਰੋਸੈਸ ਕੈਪੀਟਲ ਅਕਮੂਲੇਸ਼ਨ ਦੀ। ਕੈਪੀਟਲ ਅਕਮੂਲੇਸ਼ਨ ਦੀ ਜਿਹੜੀ ਪ੍ਰੋਸੈਸ ਆ ਉਹਦੇ ਵਿੱਚ ਨਿਊ ਕਲਾਸੀਕਲਸ ਜਿਹੜੇ ਇਕੋਨਮਿਸਟ ਆ ਕੈਪੀਟਲ ਅਕਮੂਲੇਸ਼ਨ ACCUMULATION ਅਕਮੂਲੇਸ਼ਨ। ਔਰ ਨਿਊ ਕਲਾਸੀਕਲ ਇਕੋਨਮਿਸਟ ਜਿਹੜੇ ਆ ਉਹਨਾਂ ਦਾ ਇਹ ਮੰਨਣਾ ਸੀਗਾ ਕਿ ਲੇਬਰ ਅਤੇ ਕੈਪੀਟਲ ਦੋ ਫੈਕਟਰਸ ਆਫ ਪ੍ਰੋਡਕਸ਼ਨ ਆ ਔਰ ਉਹਨਾਂ ਦੇ ਵਿੱਚ ਜਿਹੜੀ ਸਬਸਟੀਟਿਊਸ਼ਨ ਆ ਉਹ ਸੰਭਵ ਆ। ਅਤੇ ਜੇ ਤੁਸੀਂ ਇਕਨੋਮਿਕ ਡਿਵੈਲਪਮੈਂਟ ਕਰਨੀ ਹੈ ਜ਼ਿਆਦਾ ਤਾਂ ਤੁਹਾਨੂੰ ਕੈਪੀਟਲ ਡੀਪਨਿੰਗ ਜਿਹੜੀ ਆ ਉਹਦੀ ਲੋੜ ਪਏਗੀ। ਇਸ ਤੋਂ ਮੀਨਿੰਗ ਇਹ ਹੈ ਕਿ ਪ੍ਰਤੀ ਕਿਰਤੀ ਪੂੰਜੀ ਦੇ ਵਿੱਚ ਵਾਧਾ ਹੋਣਾ ਚਾਹੀਦਾ, ਕੈਪੀਟਲ ਵਾਈਡਨਿੰਗ ਹੋਣੀ ਚਾਹੀਦੀ ਹੈ, ਕੈਪੀਟਲ ਦੇ ਸਟਾਕ ਦੇ ਵਿੱਚ ਵਾਧਾ ਹੋਣਾ ਚਾਹੀਦਾ,
ਜਿਸ ਅਨੁਪਾਤ ਦੇ ਵਿੱਚ ਕਿਰਤ ਦੇ ਵਿੱਚ ਵਾਧਾ ਹੋਏਗਾ, ਜਿਸ ਅਨੁਪਾਤ ਦੇ ਵਿੱਚ ਲੇਬਰ ਦੇ ਵਿੱਚ ਵਾਧਾ ਹੋਏਗਾ, ਉਸੇ ਅਨੁਪਾਤ ਦੇ ਵਿੱਚ ਤੁਹਾਡੀ ਕੈਪੀਟਲ ਆ ਜਿਹੜੀ ਉਹਦੇ ਵਿੱਚ ਵਾਧਾ ਹੋਣਾ ਚਾਹੀਦਾ, ਡੀਪਨਿੰਗ ਵੀ ਹੋਣੀ ਚਾਹੀਦੀ ਆ ਔਰ ਉਹਦੀ ਵਾਈਡਨਿੰਗ ਹੈ ਜਿਹੜੀ ਉਹ ਵੀ ਹੋਣੀ ਚਾਹੀਦੀ ਹੈ। ਅਤੇ ਨਿਊ ਕਲਾਸੀਕਲ ਇਕੋਨਮਿਸਟਸ ਨੇ ਇਹ ਵੀ ਕਿਹਾ ਕਿ ਜਦੋਂ ਇਕੋਨਮੀ ਦੇ ਵਿੱਚ ਟੈਕਨੀਕਲ ਪ੍ਰੋਗਰੈਸ ਹੁੰਦੀ ਹੈ ਤਾਂ ਉਹਦੇ ਨਾਲ ਇਨਵੈਸਟਮੈਂਟ ਦੇ ਮੌਕੇ, ਇਨਵੈਸਟਮੈਂਟ ਓਪਰਚੁਨਿਟੀਜ਼ ਉਹਨਾਂ ਦੇ ਵਿੱਚ ਵਾਧਾ ਹੋ ਜਾਂਦਾ। ਜਦੋਂ ਇਨਵੈਸਟਮੈਂਟ ਓਪਰਚੁਨਿਟੀਜ਼ ਦੇ ਵਿੱਚ ਵਾਧਾ ਹੁੰਦਾ ਤਾਂ ਕੈਪੀਟਲ ਗੁੱਡਸ ਦੀ ਡਿਮਾਂਡ ਵੱਧ ਜਾਂਦੀ ਹੈ। ਜਦੋਂ ਕੈਪੀਟਲ ਗੁੱਡਸ ਦੀ ਡਿਮਾਂਡ ਵੱਧਦੀ ਹੈ ਤਾਂ ਰੇਟ ਆਫ ਇੰਟਰਸਟ ਦੇ ਵਿੱਚ ਵੀ ਇਨਕਰੀਜ਼ ਆਉਂਦੀ ਹੈ। ਜਦੋਂ ਰੇਟ ਆਫ ਇੰਟਰਸਟ ਇਨਕਰੀਜ਼ ਹੁੰਦਾ ਤਾਂ ਸੇਵਿੰਗ ਦੇ ਵਿੱਚ ਵੀ ਵਾਧਾ ਹੁੰਦਾ। ਜਦੋਂ ਸੇਵਿੰਗ ਦੇ ਵਿੱਚ ਵਾਧਾ ਹੁੰਦਾ ਤਾਂ ਬਿਨਾਂ ਸ਼ੱਕ ਕੈਪੀਟਲ ਅਕਮੂਲੇਸ਼ਨ ਹੁੰਦੀ ਹੈ ਅਤੇ ਫਿਰ ਇਨਵੈਸਟਮੈਂਟ ਦੇ ਵਿੱਚ ਵੀ ਵਾਧਾ ਹੋ ਜਾਏਗਾ। ਮੀਨਸ ਇਸ ਤਰ੍ਹਾਂ ਇੱਕ ਪ੍ਰੋਸੈਸ ਚੱਲਦੀ ਹੈ ਕਿ ਟੈਕਨੋਲੋਜੀਕਲ ਪ੍ਰੋਗਰੈਸ ਤੋਂ ਸ਼ੁਰੂ ਹੋ ਕੇ ਉਹ ਇਨਵੈਸਟਮੈਂਟ ਤੱਕ ਪਹੁੰਚ ਜਾਂਦੀ ਹੈ। ਟੈਕਨੋਲੋਜੀਕਲ ਪ੍ਰੋਗਰੈਸ ਤੋਂ ਸ਼ੁਰੂ ਹੋ ਕੇ ਡਾਇਰੈਕਟਲੀ ਇਨਵੈਸਟਮੈਂਟ ਨਹੀਂ ਵੱਧਦੀ। ਟੈਕਨੋਲੋਜੀਕਲ ਪ੍ਰੋਗਰੈਸ ਤੋਂ ਬਾਅਦ ਕੈਪੀਟਲ ਗੁੱਡਸ ਵੱਧਦੀਆਂ, ਫਿਰ ਉਹਨਾਂ ਦੀ ਡਿਮਾਂਡ ਵੱਧਦੀ ਹੈ, ਫਿਰ ਰੇਟ ਆਫ ਇੰਟਰਸਟ ਵੱਧਦਾ, ਫਿਰ ਬੱਚਤ ਹੁੰਦੀ ਹੈ, ਫਿਰ ਇਨਵੈਸਟਮੈਂਟ ਹੈ ਜਿਹੜੀ ਉਹਦੇ ਵਿੱਚ ਵਾਧਾ ਹੁੰਦਾ। ਇਸ ਲਈ ਸਾਨੂੰ ਇਨਵੈਸਟਮੈਂਟ ਹੈ ਜਿਹੜੀ ਉਹਨਾਂ ਪ੍ਰੋਜੈਕਟਸ ਦੇ ਵਿੱਚ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਵਿੱਚੋਂ ਆਮਦਨ ਦੇ ਵਿੱਚ ਵਾਧਾ ਹੋਣ ਦੇ ਚਾਂਸਸ ਆ ਜਿਹੜੇ, ਆਮਦਨ ਦੇ ਵਿੱਚ ਵਾਧੇ ਦੀ ਜਿਹੜੀ ਦਰ ਆ ਉਹ ਜ਼ਿਆਦਾ ਹੋਵੇ। ਅਤੇ ਜੇ ਆਪਾਂ ਜ਼ਿਆਦਾ ਦੇਰ ਤੱਕ ਜਿਹੜੀ ਗਰੋਥ ਦੀ ਸਥਿਤੀ ਉਹਨੂੰ ਬਣਾਈ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਉਹਨਾਂ ਚੀਜ਼ਾਂ ਦੇ ਵਿੱਚ ਘੱਟ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਵਿੱਚ ਆਮਦਨ ਦਾ ਵਾਧਾ, ਜਿਹੜਾ ਆਮਦਨ ਦੇ ਵਾਧੇ ਦੀ ਦਰ ਘੱਟ ਹੋਵੇ। ਅਤੇ ਦੂਸਰਾ ਇਹ ਵੀ ਟਰਾਈ ਕਰਨੀ ਚਾਹੀਦੀ ਹੈ ਕਿ ਰੇਟ ਆਫ ਇੰਟਰਸਟ ਦੇ ਵਿੱਚ ਕਮੀ ਨਾ ਆਵੇ, ਕਿਉਂਕਿ ਜਦੋਂ ਰੇਟ ਆਫ ਇੰਟਰਸਟ 'ਚ ਕਮੀ ਆਏਗੀ ਤਾਂ ਸੇਵਿੰਗ ਘਟੇਗੀ, ਸੇਵਿੰਗ ਘਟਣ 'ਤੇ ਕੈਪੀਟਲ ਅਕਮੂਲੇਸ਼ਨ ਅਤੇ ਇਨਵੈਸਟਮੈਂਟ ਘਟਦੀ ਹੈ ਅਤੇ ਉਹਦਾ ਫਿਰ ਇਕਨੋਮਿਕ ਗਰੋਥ ਦੇ ਉੱਤੇ, ਗਰੋਥ ਪ੍ਰੋਸੈਸ ਦੇ ਉੱਤੇ ਨੈਗੇਟਿਵ ਇੰਪੈਕਟ ਪੈਂਦਾ। ਜੇ ਤੁਸੀਂ ਫਿਰ ਸਟੇਸ਼ਨਰੀ ਸਟੇਟ ਆ ਜਾਂਦੀ ਹੈ। ਸਟੇਸ਼ਨਰੀ ਸਟੇਟ ਆਉਂਦੀ ਹੈ ਜਦੋਂ ਤੁਹਾਡੀ ਸੇਵਿੰਗ ਘਟਦੀ ਹੈ। ਸੇਵਿੰਗ ਉਦੋਂ ਘਟੂਗੀ ਜਦੋਂ ਰੇਟ ਆਫ ਇੰਟਰਸਟ ਘਟੇਗਾ। ਇਸ ਲਈ ਰੇਟ ਆਫ ਇੰਟਰਸਟ ਦੇ ਵਿੱਚ ਕਮੀ ਉਹ ਨਹੀਂ ਆਉਣ ਦੇਣੀ ਚਾਹੀਦੀ। ਔਰ ਇਸ ਨੂੰ ਐਕਸਪਲੇਨ ਕਰਨ ਦੇ ਲਈ ਉਹਨਾਂ ਨੇ ਇੱਕ ਡਾਇਗਰਾਮ ਦੀ ਹੈਲਪ ਲਈ ਆ। ਉਹਨਾਂ ਨੇ ਕਿਹਾ ਕਿ ਉਹ ਐਕਸ ਐਕਸਿਸ ਦੇ ਉੱਤੇ ਤੁਸੀਂ ਕੈਪੀਟਲ ਲਿਆ, ਓ ਵਾਈ 'ਤੇ ਰੇਟ ਆਫ ਇੰਟਰਸਟ ਲਿਆ। ਜਦੋਂ ਰੇਟ ਆਫ ਇੰਟਰਸਟ ਓ ਆਰ ਹੈਗਾ ਹੈ ਅਤੇ ਕੈਪੀਟਲ ਓ ਕੇ ਹੁੰਦੀ ਪਈ ਹੈ। ਅਤੇ ਜੇ ਰੇਟ ਆਫ ਇੰਟਰਸਟ ਦੇ ਵਿੱਚ ਕਮੀ ਹੋਏਗੀ ਤਾਂ ਬਿਨਾਂ ਸ਼ੱਕ ਕੈਪੀਟਲ ਜਿਹੜੀ ਆ ਉਹ ਤੁਹਾਡੀ ਵੱਧ ਜਾਂਦੀ ਹੈ। ਅਤੇ ਜੇ ਰੇਟ ਆਫ ਇੰਟਰਸਟ ਹੋਰ ਘੱਟ ਜਾਂਦਾ ਤਾਂ ਕੈਪੀਟਲ ਜਿਹੜੀ ਆ ਉਹ ਇੱਕ ਇਸ ਤਰ੍ਹਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਕਿ ਉੱਥੇ ਫਿਰ ਉਹਦੇ ਲਈ ਇਨਵੈਸਟਮੈਂਟ ਕਰਨਾ ਕੋਈ ਬਹੁਤਾ ਲਾਭਦਾਇਕ ਨਹੀਂ ਰਹੇਗਾ। ਉਹ ਕਿਊ ਟੂ ਕੈਪੀਟਲ ਦੇ ਉੱਤੇ ਰੇਟ ਆਫ ਜਿਹੜਾ ਇਨਵੈਸਟਮੈਂਟ ਕਰਨਾ ਕੋਈ ਬਹੁਤਾ ਵਧੀਆ ਨਹੀਂ ਰਹੇਗਾ ਔਰ ਸਟੇਸ਼ਨਰੀ ਸਟੇਟ ਆ ਜਾਏਗੀ, ਕਿਉਂਕਿ ਇਸ ਲੈਵਲ ਦੇ ਉੱਤੇ ਆ ਕੇ ਇੰਨੀ ਜ਼ਿਆਦਾ ਰੇਟ ਆਫ ਇੰਟਰਸਟ ਦੇ ਉੱਤੇ ਆ ਕੇ ਫਿਰ ਜਿਹੜੀ ਇਸ ਵਿਆਜ ਦੀ ਦਰ ਦੇ ਉੱਤੇ ਲੋਕ ਜਿਹੜੀ ਸੇਵਿੰਗ ਘਟਾ ਦੇਣਗੇ। ਸੇਵਿੰਗ ਘਟਾਉਣਗੇ ਤਾਂ ਫਿਰ ਇਨਵੈਸਟਮੈਂਟ ਦੇ ਵਿੱਚ ਕਮੀ ਆ ਜਾਏਗੀ, ਸਟੇਸ਼ਨਰੀ ਸਟੇਟ ਆਏਗੀ। ਇਸ ਲਈ ਜਦੋਂ ਤੁਸੀਂ ਰੇਟ ਆਫ ਇੰਟਰਸਟ ਵਧਾਓਗੇ ਉਦੋਂ ਸੇਵਿੰਗ ਵਧੂਗੀ। ਜਦੋਂ ਸੇਵਿੰਗ ਵਧੂਗੀ ਤਾਂ ਬਿਨਾਂ ਸ਼ੱਕ ਫਿਰ ਜਦੋਂ ਸੇਵਿੰਗ ਤੁਹਾਡੀ ਵਧੂਗੀ ਤਾਂ ਬਿਨਾਂ ਸ਼ੱਕ ਫਿਰ ਤੁਹਾਡੀ ਜਿਹੜੀ ਇਨਵੈਸਟਮੈਂਟ ਆ ਉਹਦੇ ਵਿੱਚ ਵਾਧਾ ਹੋਏਗਾ। ਅਤੇ ਇਹਦੇ ਲਈ ਇਕੋਨਮਿਸਟਸ ਨੇ ਇੱਕ ਹੋਰ ਵੀ ਗੱਲ ਕੀਤੀ ਹੈ ਕਿ ਜਦੋਂ ਤੁਸੀਂ ਦੂਸਰੇ ਡਾਇਗਰਾਮ 'ਚ ਦੱਸਿਆ ਕਿ ਓ ਐਕਸ 'ਤੇ ਕੈਪੀਟਲ, ਓ ਵਾਈ 'ਤੇ ਰੇਟ ਆਫ ਇੰਟਰਸਟ, ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ ਹੈ ਕਿ ਜੇ ਤੁਸੀਂ ਟੈਕਨੋਲੋਜੀਕਲ ਪ੍ਰੋਗਰੈਸ ਕਰ ਦਿੰਦੇ ਹੋ। ਦੇਖੋ ਉਹ ਪਿਛਲੇ ਡਾਇਗਰਾਮ ਦੇ ਵਿੱਚ ਵੀ ਇਹ ਪਿਛਲੀ ਡਾਇਗਰਾਮ 'ਚ ਵੀ ਦੇਖੋ SSR to S ਜਿਹੜੀ ਸੀ ਉਹ ਸੇਵਿੰਗ ਕਰਵ ਸੀ ਨਾ, ਅਤੇ ਉਹ ਕੈਪੀਟਲ ਦੇ ਨਾਲ ਉਹਦਾ ਰਿਲੇਸ਼ਨਸ਼ਿਪ ਮੰਨ ਲਓ ਉਹ ਸੇਵਿੰਗ ਤੁਹਾਡੀ ਸੇਮ ਹੀ ਰਹਿੰਦੀ, ਉਹ ਕਰਵ ਸੇਮ ਆ, ਉਹ ਆਰ ਰੇਟ ਆਫ ਇੰਟਰਸਟ ਦੇ ਉੱਤੇ ਤੁਹਾਡੀ ਜਿਹੜੀ ਸੇਵਿੰਗ ਹੁੰਦੀ ਪਈ ਹੈ। ਅਤੇ ਜੇ ਟੈਕਨੋਲੋਜੀਕਲ ਪ੍ਰੋਗਰੈਸ ਹੁੰਦੀ ਪਈ ਹੈ ਸ਼ੁਰੂ ਦੇ ਵਿੱਚ ਤੁਹਾਡੀ ਜਿਹੜਾ ਇਕੁਇਲੀਬਰੀਅਮ I1 I2 I3 ਤੁਹਾਡੀਆਂ I1 I2 ਇਹ ਸਾਡੇ ਇਨਵੈਸਟਮੈਂਟ ਕਰਵਸ ਆ। ਪਰ ਜਿੱਦਾਂ ਜਿੱਦਾਂ ਤੁਹਾਡੀ ਕੈਪੀਟਲ ਦੇ ਵਿੱਚ ਇਨਕਰੀਜ਼ ਹੁੰਦਾ ਪਿਆ, ਮਤਲਬ ਟੈਕਨੋਲੋਜੀਕਲੀ ਤੁਸੀਂ ਡਿਵੈਲਪ ਹੁੰਦੇ ਪਏ ਆ, ਤੁਹਾਡੀ ਇਨਵੈਸਟਮੈਂਟ ਆ ਜਿਹੜੀ ਵੱਧਦੀ ਪਈ ਆ ਔਰ ਤੁਹਾਡੇ ਜਿਹੜੇ ਪੁਆਇੰਟਸ ਇਕੁਇਲੀਬਰੀਅਮ ਦੇ ਪੁਆਇੰਟ S1 to S2 S2 to S3 ਜਿਹੜੇ ਆ ਉਹ ਸ਼ਿਫਟ ਹੁੰਦੇ ਪਏ ਆ। ਅਤੇ ਤੁਸੀਂ ਇਸ ਤਰ੍ਹਾਂ ਜਿਹੜੀ ਕੌਂਸਟੈਂਟ ਜਾਂ ਸਟੈਡੀ ਸਟੇਟ ਆਫ ਗਰੋਥ ਆ ਉਹਦੇ ਤੋਂ ਵੀ ਬਚ ਜਾਂਦੇ ਹੋ। ਇਕੋਨਮੀ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਵੀ ਨਹੀਂ ਆਉਂਦੀ। ਅਤੇ ਨੈਕਸਟ ਜਿਹੜਾ ਉਸ ਤੋਂ ਬਾਅਦ ਆਪਟੀਮਮ ਕੰਸਰਨਿੰਗ ਡਿਵੈਲਪਮੈਂਟ ਆਪਟੀਮਿਜ਼ਮ। ਅਤੇ ਨਿਊ ਕਲਾਸੀਕਲਸ ਦਾ ਇਹ ਵੀ ਮੰਨਣਾ ਸੀ ਕਿ ਇਕੋਨਮੀ ਦੇ ਵਿੱਚ ਹਮੇਸ਼ਾ ਆਪਟੀਮਿਜ਼ਮ ਰਹਿਣਾ ਚਾਹੀਦਾ, ਕਿਉਂਕਿ ਚਾਹੇ ਜਿੱਦਾਂ ਦੀ ਮਰਜ਼ੀ ਸਿਚੁਏਸ਼ਨ ਹੋਵੇ, ਜੇ ਇਕੋਨਮੀ 'ਚ ਪੈਸਿਮਿਜ਼ਮ ਆ ਜਾਏਗਾ ਤਾਂ ਇਕਨੋਮਿਕ ਗਰੋਥ ਦੇ ਉੱਤੇ ਉਹਦਾ ਨੈਗੇਟਿਵ ਇੰਪੈਕਟ ਹੀ ਪਏਗਾ। ਇਸ ਲਈ ਉਹਨਾਂ ਨੇ ਕਿਹਾ ਕਿ ਇਕੋਨਮੀ ਦੇ ਵਿੱਚ ਜਿਹੜਾ ਆਪਟੀਮਿਜ਼ਮ ਆ ਉਹ ਰਹਿਣਾ ਬਹੁਤ ਜ਼ਰੂਰੀ ਆ ਔਰ ਉਹਦੇ ਲਈ ਸਾਨੂੰ ਜਿਹੜੀ ਟੈਕਨੋਲੋਜੀਕਲ ਪ੍ਰੋਗਰੈਸ ਆ ਉਹਨੂੰ ਉਹਦੇ ਵਿੱਚ ਵਾਧਾ ਕਰਨਾ ਚਾਹੀਦਾ ਹੈ, ਟੈਕਨੋਲੋਜੀ ਨੂੰ ਵਧਾਉਣਾ ਚਾਹੀਦਾ, ਟੈਕਨੋਲੋਜੀ ਨੂੰ ਪ੍ਰਮੋਟ ਕਰਨਾ ਚਾਹੀਦਾ ਐਂਡ ਉਹਦਾ ਜਿਹੜਾ ਬੈਸਟ ਯੂਜ਼ ਆ ਉਹ ਕਰਨਾ ਚਾਹੀਦਾ। ਉਸ ਤੋਂ ਬਾਅਦ ਕ੍ਰਿਟਿਸਿਜ਼ਮ
ਨਿਊ ਕਲਾਸੀਕਲ ਮਾਡਲ ਆਫ ਗਰੋਥ ਬਿਨਾਂ ਸ਼ੱਕ ਇੱਕ ਵਧੀਆ ਗਰੋਥ ਮਾਡਲ ਆ, ਬਟ ਫਿਰ ਵੀ ਇਸਦੀਆਂ ਬਹੁਤ ਸਾਰੀਆਂ ਜਿਹੜੀਆਂ ਸ਼ਾਰਟਕਮਿੰਗਸ ਆ, ਬਹੁਤ ਸਾਰੇ ਇਹਦੀਆਂ ਵੀਕਨੈਸਿਸ ਆ, ਜਿਹਦੇ ਕਰਕੇ ਇਸ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ। ਸਭ ਤੋਂ ਵੱਡਾ ਜਿਹੜਾ ਕ੍ਰਿਟੀਸਿਜ਼ਮ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਅਨਰੀਅਲਿਸਟਿਕ ਅਜੰਪਸ਼ਨਸ ਆ, ਜਿਸ ਤਰ੍ਹਾਂ ਫੁੱਲ ਇੰਪਲਾਈਮੈਂਟ ਦੀ ਅਜੰਪਸ਼ਨ ਆ, ਜਾਂ ਫਿਰ ਪਰਫੈਕਟ ਕੰਪੀਟੀਸ਼ਨ ਦੀ ਅਜੰਪਸ਼ਨ ਆ, ਜਿਹੜੀਆਂ ਅਸਲ ਦੇ ਵਿੱਚ ਨਹੀਂ ਫੁੱਲਫਿਲ ਹੁੰਦੀਆਂ। ਉਸ ਤੋਂ ਬਾਅਦ ਸੇਵਿੰਗ ਅਤੇ ਡਿਵੈਲਪਮੈਂਟ, ਇਹਨਾਂ ਦੇ ਵਿੱਚ ਵੀ ਪੈਰਾਡੌਕਸ ਹੈਗਾ ਕਿ ਕਈ ਇਸ ਤਰ੍ਹਾਂ ਹੀ ਮੰਨਣਾ ਸੀ ਕਿ ਜੇ ਤੁਸੀਂ ਸੇਵਿੰਗ ਵਧਾਓਗੇ ਤਾਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੀ ਇਨਵੈਸਟਮੈਂਟ ਵਧੀ ਪਈ ਹੈ ਅਤੇ ਉਹਦੇ ਨਾਲ ਡਿਵੈਲਪਮੈਂਟ ਹੁੰਦੀ ਪਈ ਹੈ। ਇਸ ਤਰ੍ਹਾਂ ਨਹੀਂ, ਜ਼ਰੂਰੀ ਨਹੀਂ ਹੈ। ਕਈ ਵਾਰ ਸੇਵਿੰਗ ਆਈਡਲ ਸੇਵਿੰਗ ਵੀ ਹੁੰਦੀ ਹੈ ਕਿ ਉਹ ਸੇਵਿੰਗ ਜਿਹੜੀ ਕਿਤੇ ਵੀ ਖਰਚੀ ਨਹੀਂ ਜਾਂਦੀ। ਉਸ ਤੋਂ ਬਾਅਦ ਇਨਕੰਪਲੀਟ ਐਕਸਪਲੇਨੇਸ਼ਨ ਆਫ ਸੇਵਿੰਗ ਦੇ ਵਿੱਚ ਵਾਧਾ ਕਰਕੇ ਕਿਸ ਤਰ੍ਹਾਂ ਰੇਟ ਆਫ ਇੰਟਰਸਟ ਵੱਧ ਹੋਏਗਾ ਤਾਂ ਸੇਵਿੰਗ ਵੱਧ ਹੋਏਗੀ, ਓਕੇ, ਬਟ ਸੇਵਿੰਗ ਦੇ ਵਿੱਚ ਵਾਧਾ ਕਰਕੇ ਕਿਸ ਤਰ੍ਹਾਂ ਤੁਹਾਡੀ ਅੱਗੇ ਕੈਪੀਟਲ ਅਕਮੂਲੇਸ਼ਨ ਹੁੰਦੀ ਹੈ, ਕਿਸ ਤਰ੍ਹਾਂ ਉਹ ਪ੍ਰੋਸੈਸ ਕੀ ਆ, ਉਹਨੂੰ ਪੂਰੀ ਤਰ੍ਹਾਂ ਐਕਸਪਲੇਨ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਇਨਕੰਪਲੀਟ ਐਕਸਪਲੇਨੇਸ਼ਨ ਆਫ ਇਨਵੈਸਟਮੈਂਟ ਦੀ ਪ੍ਰੋਪਰ ਐਕਸਪਲੇਨੇਸ਼ਨ ਨਹੀਂ ਦਿੱਤੀ ਗਈ ਕਿ ਕਿਸ ਤਰ੍ਹਾਂ ਹੁੰਦੀ ਪਈ ਆ। ਉਸ ਤੋਂ ਬਾਅਦ ਪ੍ਰੋਸੈਸ ਆਫ ਡਿਵੈਲਪਮੈਂਟ ਨੂੰ ਵੀ ਕ੍ਰਿਟੀਸਾਈਜ਼ ਕੀਤਾ ਜਾਂਦਾ ਕਿ ਜਿਹੜੀ ਉਹਨਾਂ ਨੇ ਕਿਹਾ ਸੇਵਿੰਗ ਵਧੀ ਹੈ ਜੀ, ਫਿਰ ਇਨਵੈਸਟਮੈਂਟ ਵੱਧ ਜਾਏਗੀ, ਉਹ ਪ੍ਰੋਪਰ ਪ੍ਰੋਸੈਸ ਜਿਹੜੀ ਉਹਨੂੰ ਐਕਸਪਲੇਨ ਨਹੀਂ ਕੀਤਾ ਗਿਆ। ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਲਿਮਿਟਡ ਐਪਲੀਕੇਬਿਲਿਟੀ ਹੈਗੀ ਹੈ ਇਸ ਸਿਧਾਂਤ ਦੀ, ਮੰਨ ਕੇ ਚੱਲਿਆ ਜਾਂਦਾ, ਕਿਉਂਕਿ ਉਹੀ ਕਿ ਫੁੱਲ ਇੰਪਲਾਈਮੈਂਟ ਨਹੀਂ ਹੋਣੀ, ਪਰਫੈਕਟ ਕੰਪੀਟੀਸ਼ਨ ਨਹੀਂ ਹੋਣਾ, ਅਤੇ ਜਿਹੜਾ ਪੂਰੀ ਤਰ੍ਹਾਂ ਐਪਲੀਕੇਬਲ ਇਹ ਸਿਧਾਂਤ ਨਹੀਂ ਹੁੰਦਾ, ਸਪੈਸ਼ਲੀ ਇਨ ਅੰਡਰ ਡਿਵੈਲਪ ਕੰਟਰੀਜ਼। ਇਹ ਸੀ ਨਿਊ ਕਲਾਸੀਕਲ ਮਾਡਲ ਆਫ ਗਰੋਥ। ਇਸ ਦੇ ਨਾਲ ਟੌਪਿਕ ਕੰਪਲੀਟ ਹੁੰਦਾ ਹੈ। ਥੈਂਕ ਯੂ ਸੋ ਮਚ।